ਪਿਆਰੇ ਵਿਦਿਆਰਥੀਓ, ਪੰਜਾਬੀ ਟਿਊਟੋਰੀਅਲਸ 'ਤੇ ਤੁਹਾਡਾ ਸਵਾਗਤ ਹੈ। ਅੱਜ ਦੇ ਸੈਸ਼ਨ ਦੌਰਾਨ ਆਪਾਂ CBSE ਵੱਲੋਂ 10ਵੀਂ ਜਮਾਤ ਦੇ ਸਿਲੇਬਸ ਲਈ ਨਿਰਧਾਰਤ ਪੁਸਤਕ ਸਾਹਿਤਕ ਕਿਰਨਾਂ ਭਾਗ ਦੂਜਾ ਵਿੱਚੋਂ ਇੱਕ ਕਵਿਤਾ ਬਾਰੇ ਚਰਚਾ ਕਰਾਂਗੇ। ਸਾਡੀ ਜੋ ਅੱਜ ਦੀ ਕਵਿਤਾ ਹੋਏਗੀ ਉਹ ਹੋਏਗੀ ਗੁੰਮ ਨੇ ਰਸੋਈ ਵਿੱਚੋਂ। ਇਹ ਕਵਿਤਾ ਕਸ਼ਮੀਰ ਨੀਰ ਦੀ ਲਿਖੀ ਹੋਈ ਹੈ, ਜਿਸ ਵਿੱਚ ਉਸਨੇ ਪੰਜਾਬੀ ਵਿਰਾਸਤੀ ਵਸਤਾਂ ਦੇ ਗੁੰਮ ਜਾਣ ਦਾ ਰੁਦਨ ਕੀਤਾ ਹੈ, ਚਾਹੇ ਉਹ ਪਹਿਰਾਵੇ ਦੇ ਰੂਪ ਵਿੱਚ ਹੈ, ਚਾਹੇ ਉਹ ਸਾਡੇ ਰਹਿਣ ਸਹਿਣ ਦੇ ਅਤੇ ਕੰਮ ਧੰਦਿਆਂ ਦੇ ਰੂਪ 'ਚ। ਸੋ ਕਵਿਤਾ ਇਸ ਪ੍ਰਕਾਰ ਹੈ। ਗੁੰਮ ਨੇ ਰਸੋਈ ਵਿੱਚੋਂ ਚਾਟੀਆਂ ਮਧਾਣੀਆਂ, ਬਰਗਰਾਂ ਅਤੇ ਪੀਜ਼ਿਆਂ ਨੇ ਪੱਟੀਆਂ ਸੁਆਣੀਆਂ। ਖਾਣ ਪੀਣ ਪਹਿਰਾਵਾ ਆਪਣਾ ਗੁਆਚਿਆ, ਵਗੀਆਂ ਨੇ ਪੱਛਮੀ ਹਵਾਵਾਂ ਮਰ ਜਾਣੀਆਂ। ਸੋ ਕਵੀ ਰੁਦਨ ਕਰਦਾ ਹੈ ਕਿ ਸਾਡੀ ਰਸੋਈ ਵਿੱਚੋਂ ਚਾਟੀਆਂ ਮਧਾਣੀਆਂ ਜਿਹੀਆਂ ਵਸਤਾਂ ਹੁਣ ਨਜ਼ਰ ਆਉਣੋਂ ਹਟ ਗਈਆਂ ਅਤੇ ਸੁਆਣੀਆਂ ਨੇ ਵੀ ਬਰਗਰਾਂ ਅਤੇ ਪੀਜ਼ਿਆਂ ਨੂੰ ਜਿਹੜਾ ਹੈਗਾ ਉਹਦੇ ਤੋਂ ਪ੍ਰਭਾਵਿਤ ਹੋ ਗਈਆਂ ਨੇ। ਸਾਡਾ ਖਾਣ ਪੀਣ ਬਦਲ ਗਿਆ, ਸਾਡਾ ਪਹਿਰਾਵਾ ਬਦਲ ਗਿਆ। ਕਿਉਂਕਿ ਪੱਛਮੀ ਜਿਹੜਾ ਹੈਗਾ ਸੱਭਿਆਚਾਰ ਹੈ ਉਹਦੇ ਪ੍ਰਭਾਵ ਅਧੀਨ ਅਸੀਂ ਪੱਛਮੀ ਸੱਭਿਆਚਾਰ ਨੂੰ ਕਬੂਲ ਲਿਆ ਹੈ, ਉੱਥੋਂ ਦੇ ਵਰਤਾਰਿਆਂ ਨੂੰ ਕਬੂਲ ਲਿਆ ਹੈ, ਉੱਥੋਂ ਦੇ ਰਹਿਣ ਸਹਿਣ ਨੂੰ ਕਬੂਲ ਲਿਆ ਹੈ। ਕਵੀ ਇਹ ਵੀ ਕਹਿੰਦਾ ਕਿ AC ਕੂਲਰਾਂ ਦੇ ਹੁਣ ਹੋ ਗਏ ਮੁਥਾਜ ਨੇ, ਜਿਹੜਿਆਂ ਜਵਾਨਾਂ ਹਿੱਕਾਂ ਲੂਆਂ 'ਚ ਸੀ ਤਾਣੀਆਂ। 9-9 ਇੰਚ ਗੱਦਿਆਂ 'ਤੇ ਹੁੰਦੀਆਂ ਨਸੀਬਣਾ, ਨੀਂਦਰਾਂ ਜੋ ਦਿੰਦੀਆਂ ਸੀ ਮੰਜੀਆਂ ਅਲਾਣੀਆਂ। ਕਿ ਜਿਹੜੇ ਸਾਡੀ ਮਿਹਨਤ ਜਿਹੜੀ ਕਰਨ ਵਾਲੀ ਇੱਕ ਨੌਜਵਾਨ ਪੀੜ੍ਹੀ ਸੀ, ਹੁਣ AC ਕੂਲਰਾਂ ਦੀ ਮੁਥਾਜ ਹੋ ਗਈ, ਭਾਵ ਆਰਾਮ ਪ੍ਰਸਤ ਹੋ ਗਈ। ਅਤੇ ਹੁਣ 9-9 ਇੰਚ ਗੱਦਿਆਂ ਦੇ ਉੱਤੇ 9-9 ਇੰਚ ਜਿਹੜੇ ਮੋਟੇ ਗੱਦੇ ਆ ਉਹਨਾਂ ਉੱਤੇ ਉਹ ਨੀਂਦ ਨਸੀਬ ਨਹੀਂ ਹੁੰਦੀ ਜੋ ਕਦੇ ਅਲਾਣੀਆਂ ਮੰਜੀਆਂ 'ਤੇ ਵੀ ਆ ਜਾਂਦੀ ਸੀ, ਭਾਵ ਬਿਨਾਂ ਬਿਸਤਰੇ ਵਾਲੀਆਂ ਮੰਜੀਆਂ 'ਤੇ ਵੀ। ਦੌਰੀ ਡੰਡੇ ਚੱਕੀਆਂ ਉਖਲੀਆਂ ਅਤੇ ਚਰਖੇ, ਸੈਂਕੜੇ ਹੀ ਮੋਈਆਂ ਚੀਜ਼ਾਂ ਹੋ ਕੇ ਨਿਤਾਣੀਆਂ। ਖੁਰਲੀਆਂ 'ਚੋਂ ਬੈਠ ਕੇ ਬਲਦ ਕਿੱਥੇ ਤੁਰ ਗਏ, ਕਿੱਥੇ ਗਈਆਂ ਕਿੱਲੀਆਂ ਤੋਂ ਘੁੰਗਰੂ ਪੁਰਾਣੀਆਂ। ਇੱਥੇ ਫਿਰ ਉਹ ਇਹੀ ਰੁਦਨ ਕਰਦਾ ਕਿ ਜਿਹੜੇ ਸਾਡੇ ਪੁਰਾਣੇ ਸਮੇਂ ਦੇ ਵਿਰਾਸਤੀਆਂ ਚੀਜ਼ਾਂ ਸੀ, ਦੌਰੀ ਡੰਡੇ ਚੱਕੀਆਂ ਉਖਲੀਆਂ ਚਰਖੇ, ਹੁਣ ਉਹ ਨਜ਼ਰ ਨਹੀਂ ਆਉਂਦੀਆਂ। ਅਤੇ ਜਿਹੜੀਆਂ ਖੁਰਲੀਆਂ ਹੁੰਦੀਆਂ ਸੀ ਘਰਾਂ 'ਚ, ਜਿੱਥੇ ਬੈਠ ਕੇ ਬਲਦ ਪਸ਼ੂ ਜਿਹੜੇ ਬੰਨੇ ਹੁੰਦੇ ਸੀ, ਉੱਥੇ ਉਹ ਬਲਦ ਬੈਠ ਕੇ ਨਜ਼ਰ ਨਹੀਂ ਆਉਂਦੇ। ਅਤੇ ਉਹਨਾਂ ਦੀਆਂ ਜਿਹੜੀਆਂ ਵਸਤਾਂ ਉਹਨਾਂ ਨਾਲ ਸੰਬੰਧਿਤ ਕਿੱਲੀਆਂ 'ਤੇ ਟੰਗੀਆਂ ਹੁੰਦੀਆਂ ਸੀ ਘੁੰਗਰੂ ਪੁਰਾਣੀਆਂ, ਉਹ ਵੀ ਕਿਧਰੇ ਨਜ਼ਰ ਨਹੀਂ ਆਉਂਦੀਆਂ। ਹੁਣ ਤਾਂ ਸਮਝ ਅਸੀਂ ਸਕਦੇ ਹਾਂ ਤਾਈਓ, ਇੰਗਲਿਸ਼ 'ਚ ਦੱਸੋ ਸਾਨੂੰ ਸਾਡੀਆਂ ਕਹਾਣੀਆਂ। ਦਿਲ ਮੋਹ ਪਿਆਰ ਮਨ ਮੱਤੇ ਸਾਂਝ ਛੱਡ ਗਏ, ਸਾਡੀਆਂ ਹੋ ਗਈਆਂ ਜੀਣ ਜੁਗਤਾਂ ਨਿਤਾਣੀਆਂ। ਇੱਥੇ ਫਿਰ ਕਵੀ ਇਹੀ ਮਤਲਬ ਕਹਿਣ ਦਾ ਯਤਨ ਕਰਦਾ ਕਿ ਹੁਣ ਤਾਂ ਸਾਨੂੰ ਜੇ ਸਾਡੇ ਇਤਿਹਾਸ ਬਾਰੇ, ਸਾਡੀ ਵਿਰਾਸਤ ਬਾਰੇ ਕੋਈ ਇੰਗਲਿਸ਼ 'ਚ ਦੱਸੇ ਤਾਂ ਹੀ ਸਾਨੂੰ ਸਮਝ ਆਉਂਦਾ, ਭਾਵ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਵੀ ਜਿਹੜੀ ਉਹ ਵਿਸਾਰ ਚੁੱਕੇ ਹਾਂ। ਦਿਲਾਂ ਮੋਹਾਂ ਅਤੇ ਪਿਆਰ ਵਾਲੇ ਜਿਹੜੇ ਰਿਸ਼ਤੇ ਸੀਗੇ, ਸਾਂਝਾਂ ਸੀਗੀਆਂ, ਉਹ ਵੀ ਛੱਡ ਗਏ ਹਾਂ, ਕਿਉਂਕਿ ਹੁਣ ਸਾਡੀਆਂ ਜੀਣ ਜੁਗਤਾਂ ਭਾਵ ਜੀਵਨ ਜਾਂਚ ਰਹਿਣ ਸਹਿਣ ਦਾ ਢੰਗ ਆ ਉਹ ਬਿਲਕੁਲ ਬਦਲ ਗਿਆ ਹੈ ਅਤੇ ਸਾਂਝਾਂ ਸਾਡੇ ਰਿਸ਼ਤਿਆਂ ਦੇ ਵਿੱਚੋਂ ਮੁੱਕ ਗਈਆਂ ਨੇ। ਨੀਰ ਪਿਛ ਲੱਗ ਸਭ ਹੋ ਗਏ ਅੰਗਰੇਜ਼ ਦੇ, ਆਪਣੀ ਗਵਾਈ ਏ ਪਛਾਣ ਪੰਜਾਂ ਪਾਣੀਆਂ। ਅਤੇ ਅਖੀਰ ਦੇ ਵਿੱਚ ਨੀਰ ਯਾਨੀ ਕਿ ਕਸ਼ਮੀਰ ਨੀਰ ਕਵੀ ਹੈ ਜੋ ਉਹ ਕਹਿੰਦਾ ਕਿ ਅਸੀਂ ਅੰਗਰੇਜ਼ਾਂ ਦੇ ਪਿਛਲੱਗ ਹੋ ਕੇ, ਭਾਵ ਅੰਗਰੇਜ਼ੀ ਸੱਭਿਆਚਾਰ ਦੇ ਪਿੱਛੇ ਲੱਗ ਕੇ ਜਿਹੜੀ ਆਪਣੀ ਪਛਾਣ ਸੀਗੀ ਵੱਖਰੀ ਪੰਜਾਬੀਆਂ ਦੀ, ਉਸਨੂੰ ਗਵਾ ਲਿਆ। ਪੰਜਾਂ ਪਾਣੀਆਂ ਤੋਂ ਭਾਵ ਇੱਥੇ 5 ਦਰਿਆਵਾਂ ਦੀ ਧਰਤੀ ਪੰਜਾਬ। ਸੋ ਇਸ ਤਰ੍ਹਾਂ ਦੇ ਨਾਲ ਕਵੀ ਗੁੰਮ ਨੇ ਰਸੋਈ ਕਵਿਤਾ ਦੇ ਵਿੱਚ ਜੋ ਹੈ ਉਹ ਇਸ ਚੀਜ਼ ਦਾ ਰੁਦਨ ਕਰਦਾ ਹੈ, ਇਸ ਗੱਲ ਦਾ ਅਫਸੋਸ ਕਰਦਾ ਹੈ ਜਾਂ ਇਸ ਗੱਲ ਤੋਂ ਨਿਰਾਸ਼ ਹੈ ਕਿ ਅਸੀਂ ਪੰਜਾਬ ਦੀ ਜਿਹੜੀ ਵਿਰਾਸਤ ਸੀਗੀ, ਪੰਜਾਬ ਦਾ ਸੱਭਿਆਚਾਰ ਸੀ, ਉਸ ਨੂੰ ਗਵਾ ਲਿਆ। ਅਤੇ ਇਸ ਨੂੰ ਜਿਹੜਾ ਇਸ ਦੇ ਗੁੰਮ ਜਾਣ ਦਾ ਕਾਰਨ ਉਹ ਪੱਛਮੀ ਸੱਭਿਆਚਾਰ ਨੂੰ ਸਮਝਦਾ ਹੈ। ਅਤੇ ਸੋ ਕੁੱਲ ਮਿਲਾ ਕੇ ਇਸ ਕਵਿਤਾ ਦੇ ਵਿੱਚ ਕਸ਼ਮੀਰ ਨੀਰ ਨੇ ਪੰਜਾਬੀ ਸੱਭਿਆਚਾਰ ਉੱਪਰ ਜਿਹੜਾ ਪ੍ਰਭਾਵ ਪਿਆ ਹੈ ਪੱਛਮੀ ਸੱਭਿਆਚਾਰ ਦਾ, ਉਸ ਦੀ ਗੱਲ ਕੀਤੀ ਹੈ, ਉਸ ਲਈ ਨਿਰਾਸ਼ਾ ਜ਼ਾਹਰ ਕੀਤੀ ਹੈ। ਅਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਗਜ਼ਲ ਵਿੱਚ ਕਸ਼ਮੀਰ ਨੀਰ ਨੇ, ਸ਼ਾਇਰ ਨੇ
ਪੰਜਾਬੀ ਸੱਭਿਆਚਾਰ ਦੇ ਬਦਲਦੇ ਰੂਪ ਨੂੰ ਪੇਸ਼ ਕੀਤਾ ਹੈ। ਇਸ ਲਈ ਉਸਨੇ ਪੰਜਾਬੀਆਂ ਦੇ ਅੰਗ ਸੰਗ ਵਿਚਰਨ ਵਾਲੇ ਜਾਨਵਰ, ਪਹਿਰਾਵੇ ਅਤੇ ਵਸਤਾਂ ਦੀ ਹੋਂਦ ਖਤਮ ਹੋਣ ਉੱਪਰ ਆਪਣੀ ਮਾਯੂਸੀ ਪ੍ਰਗਟ ਕੀਤੀ ਹੈ। ਇਸ ਲਈ ਉਸਨੇ ਪੱਛਮੀ ਸੱਭਿਆਚਾਰ ਦੀ ਅੰਨ੍ਹੇਵਾਹ ਨਕਲ ਕਰਨ ਦੇ ਰੁਝਾਨ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਹੈ। ਗਜ਼ਲ ਵਿੱਚ ਇਸ ਤੱਥ ਉੱਪਰ ਵੀ ਜ਼ੋਰ ਦਿੱਤਾ ਹੈ ਕਿ ਪੰਜਾਬੀ ਘਰਾਂ ਦੀ ਜਿਹੜੀ ਨੁਹਾਰ ਆ ਉਹ ਬਦਲ ਚੁੱਕੀ ਹੈ। ਲੋਕ ਹੁਣ ਅੰਗਰੇਜ਼ਾਂ ਦੀ ਰੀਸ ਕਰਕੇ, ਭਾਵ ਪੱਛਮੀ ਸੱਭਿਆਚਾਰ ਦੀ ਰੀਸ ਕਰਕੇ, ਆਪਣੀ ਜਿਹੜੀ 5 ਦਰਿਆਵਾਂ ਦੀ ਵਿਰਾਸਤ ਸੀਗੀ, ਪਛਾਣ ਸੀ ਵੱਖਰੀ, ਉਸ ਨੂੰ ਖਤਮ ਕਰ ਲਿਆ ਹੈ, ਉਸ ਨੂੰ ਗਵਾ ਲਿਆ ਹੈ। ਸੋ ਇਸ ਤਰੀਕੇ ਦੇ ਨਾਲ ਕੁੱਲ ਮਿਲਾ ਕੇ ਇਸ ਕਵਿਤਾ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਇਹਦੇ ਕੇਂਦਰੀ ਭਾਵ ਦੇ ਤੌਰ 'ਤੇ ਕਿ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਅਧੀਨ ਪੰਜਾਬੀ ਸੱਭਿਆਚਾਰ ਵਿੱਚ ਬਹੁਤ ਜ਼ਿਆਦਾ ਬਦਲਾਅ ਆ ਗਏ ਨੇ। ਅੱਗੋਂ ਅਸੀਂ ਇਸ ਦੇ ਅਭਿਆਸ ਦੇ ਪ੍ਰਸ਼ਨਾਂ ਦੀ ਚਰਚਾ ਕਰੀਏ। ਸਖਤ ਗਰਮੀ ਵਿੱਚ ਕੰਮ ਕਰਨ ਵਾਲੇ ਕਿਸ ਦੇ ਮੁਤਾਜ ਹੋ ਗਏ ਨੇ? ਏਸੀ ਤੇ ਕੂਲਰਾਂ ਦੇ। ਸਾਨੂੰ ਸਾਡੀਆਂ ਕਹਾਣੀਆਂ ਕਿਹੜੀ ਭਾਸ਼ਾ 'ਚ ਸਮਝ ਆਉਂਦੀਆਂ ਨੇ? ਸਾਨੂੰ ਸਾਡੀਆਂ ਕਹਾਣੀਆਂ ਅੰਗਰੇਜ਼ੀ ਭਾਸ਼ਾ 'ਚ ਸਮਝ ਆਉਂਦੀਆਂ ਨੇ। ਖੁਰਲੀ ਤੋਂ ਕੀ ਗਾਇਬ ਹੋ ਗਿਆ ਹੈ? ਖੁਰਲੀ ਤੋਂ ਵੈੜਕੇ ਤੇ ਬਲਦ ਗਾਇਬ ਹੋ ਗਏ ਨੇ। ਅੰਗਰੇਜ਼ ਦੇ ਪਿਛਲੱਗ ਬਣ ਕੇ ਕੀ ਹੋ ਗਿਆ ਹੈ? ਅੰਗਰੇਜ਼ ਦੇ ਪਿਛਲੱਗ ਬਣ ਕੇ ਪੰਜਾਂ ਪਾਣੀਆਂ ਭਾਵ ਪੰਜਾਬ ਦੀ ਪਛਾਣ ਖਤਮ ਹੋ ਗਈ ਹੈ, ਗਵਾਚ ਗਈ ਹੈ। ਸੁਆਣੀਆਂ ਉੱਪਰ ਕਿਸ ਦਾ ਅਸਰ ਪੈ ਗਿਆ? ਸੁਆਣੀਆਂ ਉੱਪਰ ਬਰਗਰਾਂ, ਪੀਜ਼ਿਆਂ, ਪੱਛਮੀ ਖਾਣੇ ਦਾ ਅਸਰ ਪੈ ਗਿਆ। ਅਲਾਣੀ ਮੰਜੀ ਤੋਂ ਕੀ ਭਾਵ ਹੈ? ਅਲਾਣੀ ਮੰਜੀ ਤੋਂ ਭਾਵ ਹੈ ਜਿਸ 'ਤੇ ਬਿਸਤਰਾ ਨਾ ਵਿਛਿਆ ਹੋਵੇ। ਦੌਰੀ ਡੰਡੇ ਦੀ ਵਰਤੋਂ ਕਿਸ ਲਈ ਹੁੰਦੀ ਹੈ? ਦੌਰੀ ਡੰਡੇ ਦੀ ਵਰਤੋਂ ਦਵਾਈਆਂ ਅਤੇ ਮਸਾਲੇ ਜਿਹੜੇ ਕੁੱਟਣ ਦੇ ਲਈ ਕੀਤੀ ਜਾਂਦੀ ਹੈ। ਇਹ ਇੱਕ ਮਤਲਬ ਪੱਥਰ ਦੀ ਕੁੰਡੀ ਹੁੰਦੀ ਹੈ ਜਿਸ ਵਿੱਚ ਡੰਡੇ ਦੇ ਨਾਲ ਮਸਾਲੇ ਕੁੱਟੇ ਜਾਂਦੇ ਨੇ। ਸੋ ਅੱਗੋਂ ਅਸੀਂ ਦੇਖਦੇ ਹਾਂ ਹੋਰ ਜਿਹੜੇ ਪ੍ਰਸ਼ਨ ਉਹਨਾਂ ਦੀ ਵੀ ਜੇ ਅਸੀਂ ਗੱਲ ਕਰੀਏ ਤਾਂ ਉਹਦੇ ਵਿੱਚ ਅਸੀਂ ਦੇਖਾਂਗੇ ਕਿ ਅਭਿਆਸ ਦੇ ਇਹਨਾਂ ਪ੍ਰਸ਼ਨਾਂ ਨੂੰ ਹੱਲ ਕਰਨ ਦੇ ਲਈ ਸਾਡੇ ਕੋਲ ਕਵਿਤਾ ਦੇ ਵਿੱਚ ਸਾਰੇ ਜਿਹੜੇ ਜਵਾਬ ਪਏ ਨੇ ਸੀਗੇ। ਅਤੇ ਦੌਰੀ ਡੰਡੇ ਦੀ ਜਿਹੜੀ ਮੈਂ ਗੱਲ ਕਰਾਂ ਇਹਦੇ 'ਚ ਕਿ ਦੌਰੀ ਡੰਡਾ ਇੱਕ ਕੁੰਡੀ ਟਾਈਪ ਹੁੰਦਾ ਜਿਹੜਾ ਪੱਥਰ ਨੂੰ ਘੜ ਕੇ ਬਣਾਇਆ ਜਾਂਦਾ, ਅਤੇ ਸੋਟਾ ਉਹ ਹੁੰਦਾ ਜਿਹਦੇ ਨਾਲ ਅਸੀਂ ਉਸ ਵਿੱਚ ਮਸਾਲੇ ਪਾ ਕੇ, ਦਵਾਈਆਂ ਪਾ ਕੇ ਕੁੱਟਦੇ ਹਾਂ। ਅਤੇ ਅੱਗੋਂ ਕੁਛ ਇਸ ਤਰ੍ਹਾਂ ਦੇ ਵੀ ਪ੍ਰਸ਼ਨ ਹੁੰਦੇ ਨੇ ਪ੍ਰਸੰਗ ਸਹਿਤ ਵਿਆਖਿਆ ਵਾਲੇ, ਜਿਵੇਂ ਕਿ ਗੁੰਮ ਨੇ ਰਸੋਈ ਵਿੱਚੋਂ ਚਾਟੀਆਂ ਮਧਾਣੀਆਂ, ਬਰਗਰਾਂ ਅਤੇ ਪੀਜ਼ਿਆਂ ਨੇ ਪੱਟੀਆਂ ਸੁਆਣੀਆਂ, ਖਾਣ ਪੀਣ ਪਹਿਰਾਵਾ ਆਪਣਾ ਗਵਾਚਿਆ, ਵਗੀਆਂ ਨੇ ਪੱਛਮੀ ਹਵਾਵਾਂ ਮਰ ਜਾਣੀਆਂ। ਸੋ ਇਹਦੀ ਅਗਰ ਪ੍ਰਸੰਗ ਸਹਿਤ ਵਿਆਖਿਆ ਕਰਨੀ ਹੋਵੇ ਤਾਂ ਪ੍ਰਸੰਗ ਵਿੱਚ ਅਸੀਂ ਦੱਸਾਂਗੇ ਕਿ ਇਹ ਕਾਵ ਟੋਟਾ ਹੈ ਜੋ ਗੁੰਮ ਨੇ ਰਸੋਈ ਵਿੱਚੋਂ ਨਾਮ ਦੀ ਕਵਿਤਾ ਵਿੱਚੋਂ ਲਈਆਂ ਗਈਆਂ ਨੇ, ਜੋ ਕਿ ਕਸ਼ਮੀਰ ਨੀਰ ਨੇ ਲਿਖੀ ਹੈ। ਇਹ ਕਵਿਤਾ ਸਾਡੀ ਸਾਹਿਤਕ ਕਿਰਨਾਂ ਭਾਗ ਦੂਜਾ ਵਿੱਚ ਦਰਜ ਹੈ। ਜਿਸ ਵਿੱਚ ਉਸਨੇ ਪੰਜਾਬੀ ਦੇ ਸੱਭਿਆਚਾਰ ਦੀ ਬਦਲਦੀ ਨੁਹਾਰ ਨੂੰ ਪੇਸ਼ ਕੀਤਾ ਹੈ। ਅਤੇ ਅੱਗੋਂ ਅਸੀਂ ਵਿਆਖਿਆ ਕਰਾਂਗੇ ਕਿ ਸਾਡੀਆਂ ਰਸੋਈਆਂ 'ਚੋਂ ਹੁਣ ਚਾਟੀਆਂ ਮਧਾਣੀਆਂ ਗਵਾਚ ਗਈਆਂ ਨੇ, ਅਤੇ ਬਰਗਰਾਂ, ਪੀਜ਼ਿਆਂ ਨੇ ਸਾਡੀਆਂ ਸੁਆਣੀਆਂ ਨੂੰ ਪ੍ਰਭਾਵਿਤ ਕਰ ਲਿਆ ਹੈ। ਸਾਡਾ ਖਾਣ ਪੀਣ ਪਹਿਰਾਵਾ ਜਿਹੜਾ ਉਹ ਵੀ ਹੁਣ ਪਹਿਲਾਂ ਨਾਲੋਂ ਬਦਲ ਗਿਆ ਹੈ, ਅਤੇ ਇਹ ਸਾਰਾ ਕੁਝ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਕਾਰਨ ਹੋਇਆ ਹੈ। ਸੋ ਅੱਗੋਂ ਅਸੀਂ ਜੇ ਹੋਰ ਪ੍ਰਸ਼ਨ ਦੇਖੀਏ ਕਿ ਪੰਜਾਬੀ ਸੱਭਿਆਚਾਰ ਉੱਪਰ ਪੱਛਮੀ ਪ੍ਰਭਾਵ ਪੈ ਰਿਹਾ ਹੈ, ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ? ਆਪਣੀ ਦਲੀਲ ਦਿਓ। ਜੇ ਤਾਂ ਤੁਸੀਂ ਮੰਨਦੇ ਹੋ ਕਿ ਪ੍ਰਭਾਵ ਪਿਆ ਤਾਂ ਤੁਸੀਂ ਉਸ ਤਰ੍ਹਾਂ ਦੀਆਂ ਦਲੀਲਾਂ ਦੇਣੀਆਂ, ਜੇ ਤੁਸੀਂ ਕਹਿੰਦੇ ਹੋ ਕਿ ਨਹੀਂ ਪਿਆ ਤਾਂ ਤੁਸੀਂ ਉਸ ਤਰ੍ਹਾਂ ਦੀਆਂ ਦਲੀਲਾਂ ਦੇਣੀਆਂ ਨੇ। ਠੀਕ ਆ। ਕੀ ਪਾਰੰਪਰਿਕ ਪੰਜਾਬੀ ਜੀਵਨ ਜਾਚ ਨੂੰ ਬਚਾਇਆ ਜਾ ਸਕਦਾ? ਆਪਣੇ ਸੁਝਾਅ ਦਿਓ ਕਿ ਕੀ ਜੋ ਪੁਰਾਣਾ ਜਿਹੜਾ ਪਾਰੰਪਰਿਕ ਜੀਵਨ ਢੰਗ ਸੀ ਸਾਡਾ ਪੰਜਾਬੀਆਂ ਦਾ, ਉਹਨੂੰ ਅਸੀਂ ਬਚਾ ਸਕਦੇ ਹਾਂ? ਅਤੇ ਆਪਣੇ ਤੁਸੀਂ ਸੁਝਾਅ ਦੇਣੇ ਆ ਕਿ ਕਿਸ ਤਰ੍ਹਾਂ ਇਸ ਨੂੰ ਬਚਾਇਆ ਜਾ ਸਕਦਾ ਜੋ ਸਾਡਾ ਪਹਿਲਾਂ ਵਾਲਾ ਸੱਭਿਆਚਾਰ ਸੀ ਜਾਂ ਰਹਿਣ ਸਹਿਣ ਸੀ, ਭਾਵ ਸਾਡੀ ਜੀਵਨ ਜਾਚ ਸੀ। ਇਸੇ ਤਰ੍ਹਾਂ ਹੀ ਅੱਗੇ ਉਹ ਕਹਿੰਦੇ ਕਿ ਪੰਜਾਬ ਦਾ ਨਾਂ ਕਿਹਨਾਂ 5 ਦਰਿਆਵਾਂ ਕਰਕੇ ਹੈ? ਭਾਰਤ ਦੇ ਨਕਸ਼ੇ 'ਤੇ ਇਹਨਾਂ ਦਰਿਆਵਾਂ ਨੂੰ ਚਿੰਨ੍ਹਿਤ ਕਰੋ। ਪਹਿਲਾਂ ਆਪਾਂ ਦਰਿਆਵਾਂ ਦੀ ਗੱਲ ਕਰੀਏ। 5 ਦਰਿਆ ਨੇ ਸਤਲੁਜ, ਬਿਆਸ, ਜੇਹਲਮ, ਚਨਾਬ ਅਤੇ ਰਾਵੀ। ਠੀਕ ਹੈ। ਅਤੇ ਇਸ ਤੋਂ ਅੱਗੇ ਉਹ ਕਹਿੰਦੇ ਪੰਜਾਬੀ ਦਿਹਾਤੀ ਜੀਵਨ ਜਾਚ ਨਾਲ ਸੰਬੰਧਿਤ ਸੰਦਾਂ, ਚੀਜ਼ਾਂ, ਵਸਤਾਂ ਦੀ ਸੂਚੀ ਬਣਾਉਣੀ ਆ, ਅਤੇ ਉਹਨਾਂ ਦੇ ਕੰਮ ਵੀ ਦੱਸਣੇ ਆ ਕੀ ਆ। ਸੋ ਇਹ ਵੀ ਤੁਹਾਡੀ ਇੱਕ ਐਕਟੀਵਿਟੀ ਆ ਕਿ ਤੁਸੀਂ ਪੰਜਾਬੀ ਜੀਵਨ ਜਾਚ ਨਾਲ ਸੰਬੰਧਿਤ ਸੰਦ, ਚੀਜ਼ਾਂ, ਵਸਤਾਂ ਜੋ ਘਰਾਂ ਚਾਲੇ ਦੁਆਲੇ ਦੇਖਦੇ ਹੋ ਉਹਨਾਂ ਦੀ ਸੂਚੀ ਬਣਾ ਕੇ ਉਹਨਾਂ ਦਾ ਕੰਮ ਦੱਸਣਾ। ਸੋ ਕਦਰਾਂ ਕੀਮਤਾਂ ਦੇ ਆਧਾਰ 'ਤੇ ਜੇ ਅਸੀਂ ਕਹੀਏ ਕਿ ਜਿਹੜਾ ਸਾਡਾ ਸਮਕਾਲੀ ਪੰਜਾਬੀ ਸੱਭਿਆਚਾਰ ਹੈ, ਇਹਦੇ 'ਤੇ ਆਪਾਂ ਟਿੱਪਣੀ ਕਰਨੀ ਹੈ ਕਿ ਅੱਜ ਸਾਡਾ ਸੱਭਿਆਚਾਰ ਹੈ ਜੋ ਪੰਜਾਬੀ ਸੱਭਿਆਚਾਰ, ਉਹ ਕਿਸ ਤਰ੍ਹਾਂ ਦਾ, ਕਿੱਦਾਂ ਦੇ ਪ੍ਰਭਾਵ ਅਸੀਂ ਹੋਰਾਂ ਥਾਵਾਂ ਤੋਂ ਕਬੂਲੇ ਨੇ। ਸੋ ਇਸ ਤਰੀਕੇ ਦੇ ਨਾਲ ਬੇਟੇ
ਅਸੀਂ ਇਹ ਜਿਹੜਾ ਪ੍ਰਸ਼ਨ ਹੈਗਾ ਕਦਰਾਂ ਕੀਮਤਾਂ ਵਾਲਾ, ਇਹਦੇ 'ਤੇ ਆਪਣੇ ਵਿਚਾਰ ਦੇ ਸਕਦੇ ਹਾਂ ਕਿ ਅੱਜ ਸਾਡਾ ਸੱਭਿਆਚਾਰ ਹੈ, ਇਹਦੇ 'ਚ ਅਸੀਂ ਸਾਰੀਆਂ ਗੱਲਾਂ ਕਰਾਂਗੇ। ਰਹਿਣ ਸਹਿਣ ਦੀ ਅਲੱਗ ਤੋਂ ਇੱਕ ਪੁਆਇੰਟ ਬਣਾਵਾਂਗੇ, ਪਹਿਰਾਵੇ ਦਾ ਬਣਾਵਾਂਗੇ, ਸਾਡੇ ਕੰਮ ਧੰਦਿਆਂ ਦਾ, ਸਾਡੇ ਜਿਹੜੇ ਆਲੇ ਦੁਆਲੇ ਜੋ ਸਾਡੀਆਂ ਵਸਤਾਂ ਨੇ ਉਹਨਾਂ ਦਾ, ਠੀਕ ਹੈ ਨਾ, ਸਾਡਾ ਖਾਣ ਪੀਣ ਦਾ। ਸੋ ਸਾਰੀਆਂ ਚੀਜ਼ਾਂ ਜੋ ਅੱਜ ਉਹ ਕਿਸ ਤਰ੍ਹਾਂ ਦੀਆਂ ਨੇ, ਸਾਡੀਆਂ ਕਦਰਾਂ ਕੀਮਤਾਂ ਕਿਸ ਤਰ੍ਹਾਂ ਦੀਆਂ, ਇਹ ਸਾਰਾ ਕੁਝ ਇਸ ਪ੍ਰਸ਼ਨ ਦੇ ਵਿੱਚ ਹੱਲ ਕਰਾਂਗੇ। ਸੋ ਇਹ ਜਿਹੜਾ ਕਦਰਾਂ ਕੀਮਤਾਂ ਵਾਲਾ ਪ੍ਰਸ਼ਨ ਆ, ਇਸ ਨੂੰ ਅਸੀਂ ਡਿਟੇਲ ਦੇ ਵਿੱਚ ਇਹਦੇ 'ਤੇ ਟਿੱਪਣੀ ਕਰ ਸਕਦੇ ਹਾਂ, ਜਿਹਦੇ ਵਿੱਚ ਅਸੀਂ ਕਦਰਾਂ ਕੀਮਤਾਂ ਨੂੰ ਆਧਾਰ ਬਣਾਉਣਾ। ਕਦਰਾਂ ਕੀਮਤਾਂ ਤੋਂ ਭਾਵ ਇਹੀ ਹੁੰਦਾ ਕਿ ਸਾਡੀਆਂ ਨੈਤਿਕ ਜਿਹੜੇ ਮੁੱਲ ਨੇ ਉਹਨਾਂ ਵਿੱਚ ਕੀ ਬਦਲਾਅ ਆਇਆ ਹੈ, ਜਾਂ ਉਹ ਅੱਜ ਕਿੱਦਾਂ ਦੇ ਨੇ, ਸਾਡਾ ਵੱਡਿਆਂ ਨਾਲ ਵਿਹਾਰ ਕਿੱਦਾਂ ਦਾ, ਠੀਕ ਆ। ਇਹ ਸਾਰੀਆਂ ਜਿਹੜੀਆਂ ਗੱਲਾਂ ਨੇ, ਸਾਡਾ ਪੰਜਾਬੀ ਜਿਹੜੀ ਸਾਡੀ ਵਿਰਾਸਤੀ ਕਦਰਾਂ ਕੀਮਤਾਂ ਨੇ, ਉਹਨਾਂ ਨੂੰ ਵੀ ਧਿਆਨ ਵਿੱਚ ਲਿਆ ਕੇ ਇਸ ਨੂੰ ਹੱਲ ਕਰਨਾ ਹੈ। ਅੱਗੋਂ ਅਸੀਂ ਦੇਖਦੇ ਹਾਂ ਕਿ ਕਾਵਿ ਸਤਰਾਂ ਦਿੱਤੀਆਂ, ਉਹਦੇ ਆਧਾਰ 'ਤੇ ਥੋੜ੍ਹੇ ਪ੍ਰਸ਼ਨ ਹੋਣਗੇ, ਉਹਨਾਂ ਦੇ ਉੱਤਰ ਦੇਣੇ ਆ। ਖੁਰਲੀ ਤੋਂ ਬੈਠ ਕੇ ਬਲਦ ਕਿੱਥੇ ਤੁਰ ਗਏ, ਕਿੱਥੇ ਗਏ ਕਿੱਲੀਆਂ ਤੋਂ ਘੁੰਗਰੂ ਪ੍ਰਾਣੀਆਂ, ਹੁਣ ਤਾਂ ਸਮਝ ਅਸੀਂ ਸਕਦੇ ਹਾਂ ਤਾਈਓ, ਇੰਗਲਿਸ਼ 'ਚ ਦੱਸੋ ਸਾਨੂੰ ਸਾਡੀਆਂ ਕਹਾਣੀਆਂ। ਸੋ ਇਹ ਕਾਵਿ ਸਤਰਾਂ ਨੇ ਜਿਨ੍ਹਾਂ ਦੇ ਵਿੱਚੋਂ ਹੀ ਪ੍ਰਸ਼ਨ ਬਣਾਏ ਗਏ ਨੇ, ਅਤੇ ਉਹਨਾਂ ਪ੍ਰਸ਼ਨਾਂ ਦਾ ਉੱਤਰ ਸਾਨੂੰ ਇਹਨਾਂ ਕਾਵਿ ਸਤਰਾਂ ਦੇ ਵਿੱਚੋਂ ਹੀ ਲੱਭ ਕੇ ਦੇਣਾ ਹੈ। ਸੋ ਪ੍ਰਸ਼ਨ ਕੀ ਨੇ ਜਿਨ੍ਹਾਂ ਨੂੰ ਅਸੀਂ ਹੁਣ ਦੇਖਦੇ ਹਾਂ ਕਿ ਕਿੱਲੀ ਤੋਂ ਕੀ ਗਵਾਚ ਗਿਆ। ਕਿੱਲੀ ਤੋਂ ਜਿਹੜੇ ਹੈਗੇ ਆ ਕਿ ਘੁੰਗਰੂ ਅਤੇ ਪ੍ਰਾਣੀਆਂ ਗਵਾਚ ਗਈਆਂ ਨੇ। ਖੁਰਲੀ ਉੱਪਰ ਕਿਸ ਦੀ ਘਾਟ ਮਹਿਸੂਸ ਹੋ ਰਹੀ ਹੈ। ਖੁਰਲੀ ਉੱਪਰ ਬੈਠ ਕੇ ਅਤੇ ਬਲਦ ਦੀ ਘਾਟ ਮਹਿਸੂਸ ਹੋ ਰਹੀ ਹੈ। ਹੁਣ ਸਾਨੂੰ ਕਿਹੜੀ ਭਾਸ਼ਾ ਸਮਝ ਆਉਂਦੀ ਹੈ। ਹੁਣ ਸਾਨੂੰ ਇੰਗਲਿਸ਼ ਭਾਸ਼ਾ ਜਿਹੜੀ ਹੈਗੀ ਉਹ ਸਮਝ ਆਉਂਦੀ ਹੈ। ਇਹਨਾਂ ਕਾਵਿ ਸਤਰਾਂ ਦਾ ਭਾਵ ਤੁਸੀਂ 20-25 ਸ਼ਬਦਾਂ 'ਚ ਲਿਖਣਾ, ਜਿਹਦੇ 'ਚ ਤੁਸੀਂ ਦੱਸਣਾ ਕਿ ਹੁਣ ਸਾਡੀਆਂ ਖੁਰਲੀਆਂ ਤੋਂ ਬੈਠ ਕੇ ਬਲਦ ਤੁਰ ਗਏ ਨੇ, ਜਾਣੀ ਨਹੀਂ ਦਿਖਦੇ, ਕਿਉਂਕਿ ਉਹ ਸਾਡੇ ਕੰਮ ਧੰਦਿਆਂ ਵਿੱਚ ਨਹੀਂ ਵਰਤੋਂ 'ਚ ਆਉਂਦੇ। ਉਹਨਾਂ ਦੇ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਹੁੰਦੀਆਂ ਘੁੰਗਰੂ ਪ੍ਰਾਣੀਆਂ, ਇਸ ਕਰਕੇ ਉਹ ਵੀ ਨਜ਼ਰ ਨਹੀਂ ਆਉਂਦੀਆਂ। ਅਤੇ ਸਾਨੂੰ ਜਿਹੜੀ ਕੋਈ ਸਾਡੀ ਵਿਰਾਸਤ ਦੀ ਅਗਰ ਗੱਲ ਸਮਝਾਉਂਦਾ ਤਾਂ ਉਹ ਵੀ ਸਾਨੂੰ ਸਾਡੀ ਪੰਜਾਬੀ ਭਾਸ਼ਾ 'ਚ ਨਹੀਂ ਬਲਕਿ ਇੰਗਲਿਸ਼ ਭਾਸ਼ਾ 'ਚ ਸਮਝ ਆਉਂਦੀ ਹੈ। ਇਸ ਤੋਂ ਕੀ ਭਾਵ ਹੋਇਆ ਕਿ ਹੁਣ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਤੱਕ ਨੂੰ ਵੀ ਵਿਸਾਰ ਚੁੱਕੇ ਹਾਂ। ਸੋ ਇਹ ਇਹਨਾਂ ਕਾਵਿ ਸਤਰਾਂ ਦੇ ਭਾਵ ਇਸ ਤਰ੍ਹਾਂ ਹੋ ਸਕਦੇ ਨੇ। ਅੱਗੋਂ ਮੈਂ ਤੁਹਾਨੂੰ ਨਕਸ਼ਾ ਦਿਖਾ ਰਹੀ ਹਾਂ ਜਿਹੜਾ ਪਿਛਲੇ ਪ੍ਰਸ਼ਨ 'ਚ ਸੀਗਾ ਕਿ ਤੁਸੀਂ ਨਕਸ਼ੇ ਉੱਪਰ ਉਹਨਾਂ 5 ਦਰਿਆਵਾਂ ਨੂੰ ਚਿੰਨ੍ਹਿਤ ਕਰੋ। ਉਹ ਕਿਹੜੇ ਨੇ? ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ। ਇਹ ਜਿਹੜੇ 5 ਦਰਿਆਵਾਂ ਦੀ ਧਰਤੀ ਪੰਜਾਬ, ਅਤੇ ਤੁਹਾਨੂੰ ਦੱਸ ਦਈਏ ਕਿ ਅੱਧਾ ਪੰਜਾਬ ਆ ਜਿਹੜਾ ਵੰਡ ਵੇਲੇ 1947 ਵੇਲੇ ਪਾਕਿਸਤਾਨ ਦਾ ਹਿੱਸਾ ਬਣ ਗਿਆ। ਸੋ ਸਾਡੇ ਕੋਲ ਇਸ ਟਾਈਮ 2.5 ਦਰਿਆ ਨੇ, ਸਤਲੁਜ, ਬਿਆਸ ਅਤੇ ਅੱਧਾ ਰਾਵੀ, ਠੀਕ ਹੈ। ਅਤੇ ਬਾਕੀ ਦੇ ਦਰਿਆ ਪਾਕਿਸਤਾਨ ਦੇ ਹਿੱਸੇ ਆ ਗਏ ਨੇ। ਸੋ ਬੇਟੇ ਸਾਡਾ ਅੱਜ ਦਾ ਚੈਪਟਰ ਸੀ। ਥੈਂਕ ਯੂ ਫॉर ਵਾਚਿੰਗ।